ਤੁਹਾਡਾ ਸਭ ਦਾ ਸਵਾਗਤ ਹੈ ਆਪਣਾ ਚੈਨਲ ਦੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਮੈਂ ਹਾਂ ਪੂਨਮ ਤੇ ਮੇਰੇ ਨਾਲ ਹਨ ਰਣਜੀਤ ਸਿੰਘ। ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਸਮਾਜਿਕ ਵਿਤਕਰਾ। ਮਨੁੱਖ ਨੂੰ ਸਭ ਤੋਂ ਉੱਤਮ ਜਾਤੀ ਮੰਨਿਆ ਜਾਂਦਾ ਹੈ। ਸਭ ਦੇ ਸਿਰਮੌਰ ਹੁੰਦੇ ਹੋਏ ਵੀ ਇਸ ਜਾਤੀ ਅੰਦਰ ਅਨੇਕਾਂ ਪ੍ਰਕਾਰ ਦੀਆਂ ਅਜਿਹੀਆਂ ਕੁਰੀਤੀਆਂ ਪਈਆਂ ਜਾਂਦੀਆਂ ਹਨ ਜਿਸ ਨਾਲ ਸਮਾਜਿਕ ਵਿਤਕਰਾ ਵੱਧਦਾ ਹੈ। ਰਣਜੀਤ ਜੀ, ਇਹ ਸਮਾਜਿਕ ਵਿਤਕਰਾ ਕਿਸ ਪ੍ਰਕਾਰ ਦਾ ਹੁੰਦਾ ਹੈ? ਪੂਨਮ ਜੀ, ਤੁਹਾਡਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਇਸ ਪ੍ਰੋਗਰਾਮ ਵਿੱਚ ਮੈਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ। ਇਸ ਤੋਂ ਪਹਿਲਾਂ ਕਿ ਆਪਾਂ ਆਪਣੀ ਗੱਲਬਾਤ ਸ਼ੁਰੂ ਕਰੀਏ, ਅੱਜ ਮਹਾਨ ਦੇਸ਼ ਭਗਤ ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਦਿਨ ਹੈ। ਸੋ ਸਾਡਾ ਸਾਰਿਆਂ ਦਾ ਉਹਨਾਂ ਨੂੰ ਯਾਦ ਕਰਨਾ ਬਣਦਾ ਹੈ, ਜਿਨ੍ਹਾਂ ਨੇ ਕਿ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ ਔਰ ਦੇਸ਼ ਦੀ ਆਜ਼ਾਦੀ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾਇਆ। ਉਹਨਾਂ ਦਾ ਇੱਕ ਵਿਸ਼ੇਸ਼ ਨਾਅਰਾ ਸੀ, ਆਪ ਮੁਝੇ ਖੂਨ ਦਿਓ ਮੈਂ ਆਪਕੋ ਆਜ਼ਾਦੀ ਦੂੰਗਾ। ਸੋ ਆਓ ਅਸੀਂ ਸਾਰੇ ਪਹਿਲੇ ਉਹਨਾਂ ਨੂੰ ਯਾਦ ਕਰੀਏ ਅਤੇ ਉਸ ਤੋਂ ਉਪਰੰਤ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਮੈਨੂੰ ਸਵਾਲ ਪੁੱਛਿਆ ਹੈਗਾ, ਇਹ ਜੋ ਸਮਾਜਿਕ ਵਿਤਕਰਾ ਹੈਗਾ ਕਿਸ ਕਿਸ ਤਰ੍ਹਾਂ ਨਾਲ ਪਾਇਆ ਜਾਂਦਾ ਹੈਗਾ। ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਰੰਗ, ਭਾਸ਼ਾ, ਧਰਮ, ਖੇਤਰ, ਜਾਤ, ਅਮੀਰ, ਗਰੀਬ ਅਨੇਕਾਂ ਪ੍ਰਕਾਰ ਦੀ ਤਰ੍ਹਾਂ ਨਾਲ ਇਹ ਸਮਾਜਿਕ ਵਿਤਕਰਾ ਸਾਡੇ ਸਮਾਜ ਵਿੱਚ ਪਾਇਆ ਜਾਂਦਾ ਹੈ। ਹਾਂਜੀ ਰਣਜੀਤ ਜੀ, ਤੁਸੀਂ ਹੁਣ ਸਾਨੂੰ ਇਹ ਦੱਸੋ ਕਿ ਇਹ ਸਮਾਜਿਕ ਵਿਤਕਰਾ ਕਿਹਨਾਂ ਕਾਰਨਾਂ ਕਰਕੇ ਬਣਿਆ ਰਹਿੰਦਾ ਹੈ? ਪੂਨਮ ਜੀ, ਅਸਲ ਵਿੱਚ ਇਨਸਾਨ ਦੀ ਫਿਤਰਤ ਬਣ ਚੁੱਕੀ ਹੈ ਕਿ ਸ਼ੁਰੂ ਤੋਂ ਜਦੋਂ ਦਾ ਵੀ ਇਨਸਾਨ ਹੋਂਦ ਵਿੱਚ ਆਇਆ ਹੈ ਅਤੇ ਵੱਡੇ ਨੇ ਹਮੇਸ਼ਾ ਹੀ ਛੋਟੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਇਹੀ ਕਾਰਨ ਹੈ ਕਿ ਜੋ ਅਮੀਰ ਵਰਗ ਹੈ ਉਹ ਕਿਸੇ ਤਰ੍ਹਾਂ ਦਾ ਵੀ ਨਹੀਂ ਚਾਹੁੰਦਾ ਕਿ ਗਰੀਬ ਵਰਗ ਉੱਪਰ ਆਵੇ, ਕਿਉਂਕਿ ਉਹ ਉਸ ਨੂੰ ਆਪਣਾ ਦਾਸ ਜਾਂ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਹੈ, ਉਸ 'ਤੇ ਆਪਣਾ ਹੁਕਮ ਚਲਾਉਣਾ ਚਾਹੁੰਦਾ ਹੈ। ਉਹਨੂੰ ਪਤਾ ਹੈ ਕਿ ਜੇਕਰ ਇਹ ਗਰੀਬ ਵਰਗ ਉੱਪਰ ਉੱਠ ਜਾਏਗਾ ਤਾਂ ਫਿਰ ਮੇਰਾ ਹੁਕਮ ਕੋਈ ਨਹੀਂ ਮੰਨੇਗਾ, ਮੈਨੂੰ ਕੋਈ ਦਾਸ ਨਹੀਂ ਮਿਲੇਗਾ, ਮੈਨੂੰ ਕੋਈ ਸੇਵਾਦਾਰ ਨਹੀਂ ਮਿਲੇਗਾ। ਸੋ ਇਸ ਕਰਕੇ ਉਹ ਸੱਤਾ ਜਿਹੜੀ ਹੈਗੀ ਜ਼ਿਆਦਾਤਰ ਅਮੀਰਾਂ ਦੇ ਹੱਥ ਵਿੱਚ ਹੁੰਦੀ ਹੈ। ਉਹ ਇਹੋ ਜਿਹੀਆਂ ਨੀਤੀਆਂ ਪਾਲਿਸੀਆਂ ਤਿਆਰ ਕਰਦੇ ਹਨ ਜਿਹਦੇ ਕਰਕੇ ਇਹ ਮਤਲਬ ਕਿ ਗਰੀਬ ਵਰਗ ਜੋ ਹਮੇਸ਼ਾ ਕਮਜ਼ੋਰ ਬਣਿਆ ਰਹੇ, ਉਹਨਾਂ ਦਾ ਦਾਸ ਬਣਿਆ ਰਹੇ। ਇਸੇ ਕਰਕੇ ਉਹਨਾਂ ਲਈ ਧਾਰਮਿਕ ਦਰਵਾਜ਼ੇ ਔਰ ਵਿਦਿਅਕ ਅਦਾਰਿਆਂ ਦੇ ਦਰਵਾਜ਼ੇ ਹਜ਼ਾਰਾਂ ਸਾਲ ਉਹਨਾਂ ਨੇ ਬੰਦ ਰੱਖੇ, ਇਹੋ ਜਿਹੀਆਂ ਨੀਤੀਆਂ ਬਣਾਈਆਂ ਤਾਂ ਜੋ ਉਹ ਉਹਨਾਂ ਦੇ ਦਾਸ ਬਣੇ ਰਹਿਣ। ਹਾਂਜੀ ਰਣਜੀਤ ਜੀ, ਮੇਰਾ ਅਗਲਾ ਸਵਾਲ ਤੁਹਾਨੂੰ ਇਹ ਹੈ ਕਿ ਇਹ ਵਿਤਕਰਾ ਸਮਾਜ ਅੰਦਰ ਭਾਵ ਵਿਦੇਸ਼ਾਂ ਅੰਦਰ ਵੀ ਪਾਇਆ ਜਾਂਦਾ ਹੈ? ਹਾਂ ਪੂਨਮ ਜੀ, ਇਹ ਹਰ ਇੱਕ ਕੋਨਾ, ਦੁਨੀਆ ਦੇ ਹਰ ਇੱਕ ਕੋਨੇ ਵਿੱਚ ਅਸੀਂ ਸੋਚਦੇ ਹਾਂ ਕਿ ਸ਼ਾਇਦ ਭਾਰਤ ਵਿੱਚ ਇਹੋ ਜਿਹੀਆਂ ਸਥਿਤੀਆਂ ਦੇਖਣ ਨੂੰ ਮਿਲਦੀਆਂ ਹਨ, ਪਰ ਇਹ ਪੂਰੀ ਦੁਨੀਆ ਵਿੱਚ ਪਾਇਆ ਜਾਂਦਾ ਹੈ। ਫਰਕ ਸਿਰਫ ਇੰਨਾ ਹੈ ਕਿ ਭਾਰਤ ਵਿੱਚ ਜਾਤ, ਭਾਸ਼ਾ, ਖੇਤਰ, ਧਰਮ ਅਨੇਕਾਂ ਤਰ੍ਹਾਂ ਦੀਆਂ ਗੱਲਾਂ ਹਨ, ਪਰ ਬਾਹਰ ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ ਰੰਗ ਭੇਦ, ਸਿਰਫ ਕਾਲੇ ਅਤੇ ਗੋਰੇ ਦਾ ਵਿਤਕਰਾ ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ। ਆਪਣੇ ਦੇਸ਼ ਵਿੱਚ ਜਾਤਾਂ ਪਾਤਾਂ ਦੇ ਵਿਤਕਰੇ ਹਨ ਔਰ ਬਾਹਰ ਸਿਰਫ ਜ਼ਿਆਦਾ ਤੋਂ ਜ਼ਿਆਦਾ ਰੰਗ, ਔਰ ਜੋ ਕਾਲੇ ਲੋਕ ਹਨ ਉਹਨਾਂ ਨੂੰ ਸਹੀ ਨਹੀਂ ਮੰਨਿਆ ਜਾਂਦਾ। ਗੋਰੇ ਲੋਕ ਜੋ ਹਨ ਉਹ ਆਪਣੇ ਆਪ ਨੂੰ ਸਰਮੌਰ ਸਮਝਦੇ ਹਨ ਔਰ ਕਾਲਿਆਂ ਉੱਪਰ ਆਪਣਾ ਰਾਜ ਕਰਦੇ ਹਨ। ਮਾਰਟਿਨ ਲੂਥਰ ਤੇ ਨੈਲਸਨ ਮੰਡੇਲਾ ਸੰਬੰਧੀ ਪੜ੍ਹਿਆ ਸੀ ਕਿ ਉਹਨਾਂ ਇਸ ਸੰਬੰਧੀ ਬਹੁਤ ਸੰਘਰਸ਼ ਕੀਤਾ। ਤੁਸੀਂ ਕੁਝ ਇਸ ਬਾਰੇ ਜਾਣਨਾ ਪਾਓਗੇ? ਹਾਂ ਪੂਨਮ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਪੂਰੀ ਦੁਨੀਆ ਵਿੱਚ ਇਸ ਸੰਬੰਧੀ ਵਿਤਕਰਾ ਦੇਖਣ ਨੂੰ ਮਿਲਦਾ ਹੈਗਾ। ਇਹ ਜੋ ਦੋ ਤੁਸੀਂ ਮਹਾਨ ਸ਼ਖਸੀਅਤਾਂ ਦੇ ਨਾਂ ਲਏ ਹਨ, ਇਹ ਦੋਨੇ ਹੀ ਅਫਰੀਕਨ ਮੂਲ ਦੇਸ਼ਾਂ ਨਾਲ ਸੰਬੰਧਿਤ ਸਨ। ਇਹਨਾਂ ਵਿੱਚੋਂ ਮਾਰਟਨ ਲੂਥਰ ਜਿਨ੍ਹਾਂ ਨੇ ਕਿ ਅਮਰੀਕਾ ਵਿੱਚ ਕ੍ਰਾਂਤੀ ਲਿਆਂਦੀ, ਔਰ ਨੈਲਸਨ ਮੰਡੇਲਾ ਜਿਨ੍ਹਾਂ ਨੇ ਕਿ ਸਾਊਥ ਅਫਰੀਕਾ ਵਿੱਚ ਕ੍ਰਾਂਤੀ ਲਿਆਂਦੀ। ਇਹਨਾਂ ਦੋਨਾਂ ਦੀ ਲੜਾਈ ਸੀ ਕਿ ਜੋ ਕਾਲੇ ਲੋਕ ਸਨ, ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਕਾਲੇ ਲੋਕਾਂ ਉੱਪਰ ਅਤਿਆਚਾਰ ਕੀਤਾ ਜਾਂਦਾ ਸੀ, ਉਹਨਾਂ ਨੂੰ ਇੱਕ ਦਾਸ ਗੁਲਾਮ ਦੀ ਤਰ੍ਹਾਂ ਦਾ ਜੀਵਨ ਸੀ ਉਹਨਾਂ ਦਾ। ਉਹਨਾਂ ਨੂੰ ਕਿਸੇ ਵੀ ਪਬਲਿਕ ਸਟੇਸ਼ਨ 'ਤੇ, ਪਬਲਿਕ ਥਾਂ 'ਤੇ, ਰੇਲਵੇ ਸਟੇਸ਼ਨ 'ਤੇ, ਮਤਲਬ ਕਿ ਕੋਈ ਵੀ ਇਹੋ ਜਿਹੀ ਥਾਂ 'ਤੇ ਜਾਣ ਦੀ ਆਗਿਆ ਨਹੀਂ ਸੀ। ਉਹ ਮਤਲਬ ਕਿ ਆਪਣੇ ਘਰਾਂ ਵਿੱਚ ਕੈਦ ਸਨ, ਗੁਲਾਮਾਂ ਦੀ ਜ਼ਿੰਦਗੀ ਜੀਂਦੇ ਸਨ। ਉਹ ਕਿਸੇ ਤਰ੍ਹਾਂ ਦਾ ਵੀ ਨਾ ਬੋਲ ਸਕਦੇ ਸਨ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਆਜ਼ਾਦੀ ਨਹੀਂ ਸੀ ਔਰ ਇਸ ਤਰ੍ਹਾਂ ਦੀ ਉਹਨਾਂ ਦੇ ਉੱਪਰ ਦਬਾਅ ਬਣਿਆ ਰਹਿੰਦਾ ਸੀ। ਸੋ ਇਹਨਾਂ ਚੀਜ਼ਾਂ ਨੂੰ ਇਹ ਦੋਨੇ ਜੋ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੂੰ ਸ਼ਾਂਤੀ ਨੋਬਲ ਪ੍ਰਾਈਜ਼ ਮਿਲਿਆ, ਮਾਰਟਨ ਲੂਥਰ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਮਰੀਕਾ ਵਿੱਚ ਕ੍ਰਾਂਤੀ ਲਿਆਂਦੀ, ਉਹਨਾਂ ਨੇ ਆਪਣੇ ਜੀਵਨ ਵਿੱਚ ਦੇਖਿਆ ਸੀ ਕਿ ਉਹ ਜਦੋਂ ਇੱਕ ਵਾਰ ਬੱਸ ਵਿੱਚ ਸਫ਼ਰ ਕਰ ਰਹੇ ਸਨ ਤਾਂ ਇੱਕ ਲੇਡੀ ਨੂੰ ਇਸ ਕਰਕੇ ਅਰੈਸਟ ਕਰ ਲਿਆ ਗਿਆ ਕਿ ਉਸਨੇ ਮਤਲਬ ਕਿ ਗੋਰੇ ਬੰਦੇ ਨੂੰ ਸੀਟ ਨਹੀਂ ਦਿੱਤੀ। ਸੋ ਇਹੋ ਜਿਹੀਆਂ ਸਥਿਤੀਆਂ ਜਦੋਂ ਉਹਨਾਂ ਦੇ ਸਾਹਮਣੇ ਆਈਆਂ ਅਤੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ। ਉਹਨਾਂ ਦਾ ਇੱਕ ਵਿਸ਼ੇਸ਼ ਨਾਅਰਾ ਸੀ ਕਿ ਜੇਕਰ ਤੁਸੀਂ ਉੱਡ ਨਹੀਂ ਸਕਦੇ ਤਾਂ ਦੌੜਨਾ ਸ਼ੁਰੂ ਕਰੋ, ਜੇ ਦੌੜ ਨਹੀਂ ਸਕਦੇ ਤਾਂ ਚੱਲਣਾ ਸ਼ੁਰੂ ਕਰੋ, ਜੇ ਚੱਲ ਨਹੀਂ ਸਕਦੇ ਤਾਂ ਰਿੜਨਾ ਸ਼ੁਰੂ ਕਰੋ। ਔਰ ਦੂਸਰਾ ਉਹਨਾਂ ਦਾ ਇੱਕ ਨਾਅਰਾ ਸੀ ਕਿ ਕੋਈ ਵੀ ਬੰਦਾ ਤਦ ਤੱਕ ਤੁਹਾਡੀ ਕਮਰ ਉੱਪਰ ਨਹੀਂ ਚੜ੍ਹ ਸਕਦਾ ਜਦ ਤੱਕ ਤੁਸੀਂ ਆਪਣੀ ਕਮਰ ਨੂੰ ਟੇਢੀ ਨਹੀਂ ਕਰਦੇ। ਸੋ ਕੋਸ਼ਿਸ਼ ਕਰੋ ਆਪਣੀ ਕਮਰ ਨੂੰ ਹਮੇਸ਼ਾ ਸਿੱਧੀ ਰੱਖੋ, ਭਾਵ ਆਪਣੇ ਵਿਚਾਰਾਂ ਵਿੱਚ ਕ੍ਰਾਂਤੀ ਲਿਆਓ,
ਤਾਂ ਜੋ ਇਹੋ ਜਿਹੇ ਵਿਤਕਰੇ ਜੋ ਹਨ ਉਹਨਾਂ ਨੂੰ ਦੂਰ ਕੀਤਾ ਜਾ ਸਕੇ। ਦੂਸਰਾ, ਤੁਸੀਂ ਗੱਲ ਕੀਤੀ ਨੈਲਸਨ ਮੰਡੇਲਾ ਜੀ ਦੀ, ਜਿਨ੍ਹਾਂ ਨੇ ਕਿ ਆਪਣੇ ਪੂਰੀ ਜੀਵਨ ਦੇ ਦੌਰਾਨ ਕਰੀਬ 28 ਸਾਲ ਦੇ ਕਰੀਬ ਉਹ ਜੇਲ੍ਹ ਵਿੱਚ ਰਹੇ ਹਨ। ਬਹੁਤ ਸਾਰਾ ਅਤਿਆਚਾਰ ਸਹਿਆ ਉਹਨਾਂ ਨੇ। ਉਹਨਾਂ ਦਾ ਵੀ ਇੱਕੋ ਇੱਕ ਮਕਸਦ ਸੀ ਕਿ ਆਪਾਂ ਇਹਨਾਂ ਕਰਾਲੇ ਲੋਕਾਂ ਨੂੰ, ਜੋ ਸਮਾਜ ਦਾ ਇੱਕ ਅਤੀ ਜ਼ਰੂਰੀ ਅੰਗ ਹਨ, ਉਹਨਾਂ ਨਾਲ ਜੋ ਵਿਤਕਰਾ ਹੁੰਦਾ ਹੈ ਉਹਨਾਂ ਨੂੰ ਦੂਰ ਕੀਤਾ ਜਾ ਸਕੇ। ਸੋ 28 ਸਾਲ ਜੇਲ੍ਹ 'ਚ ਰਹਿਣ ਦੇ ਬਾਅਦ ਉਹ ਉਸੇ ਹੀ ਦੇਸ਼ ਦੇ ਰਾਸ਼ਟਰਪਤੀ ਬਣੇ। ਜਿਵੇਂ ਸਾਡੇ ਦੇਸ਼ ਵਿੱਚ BR ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਲਿਖਿਆ, ਅੱਜ ਭਾਵੇਂ ਉਹਨਾਂ ਦੇ ਜਿਨ੍ਹਾਂ ਕੋਲ 26 ਡਿਗਰੀਆਂ ਸੀ, 32 ਡਿਗਰੀਆਂ ਸੀ, 9 ਦੇ ਕਰੀਬ ਉਹ ਭਾਸ਼ਾ ਦਾ ਗਿਆਨ ਰੱਖਦੇ ਸਨ, ਇਸ ਤਰ੍ਹਾਂ ਦਾ ਸੰਵਿਧਾਨ ਦਿੱਤਾ। ਅੱਜ ਕੋਸ਼ਿਸ਼ਾਂ ਹੋ ਰਹੀਆਂ ਹਨ ਕਿ ਉਹਨਾਂ ਦੇ ਸੰਵਿਧਾਨ ਨੂੰ ਵੀ ਬਦਲਿਆ ਜਾ ਸਕੇ। ਕਾਰਨ ਕੀ ਹੈ ਕਿ ਸਰਕਾਰਾਂ ਨਹੀਂ ਚਾਹੁੰਦੀਆਂ, ਜਾਂ ਕੁਛ ਵਿਸ਼ੇਸ਼ ਜਾਤੀਆਂ ਇਹੋ ਜਿਹੀਆਂ ਨੇ ਜੋ ਨਹੀਂ ਚਾਹੁੰਦੀਆਂ ਕਿ ਇਹ ਜੋ ਗਰੀਬ ਤਬਕਾ ਹੈ, ਇਹ ਜੋ ਕਮਜ਼ੋਰ ਵਰਗ ਹੈ, ਉਹ ਉੱਪਰ ਉੱਠ ਸਕੇ। ਸੋ ਇਸ ਤਰੀਕੇ ਨਾਲ ਇਹ ਜੋ ਜਿਨ੍ਹਾਂ ਮਹਾਨ ਸ਼ਖਸੀਅਤਾਂ ਬਾਰੇ ਤੁਸੀਂ ਵਰਣਨ ਕੀਤਾ, ਇਹਨਾਂ ਨੇ ਆਪਣੇ ਸਮਾਜ ਨੂੰ ਉੱਪਰ ਲਿਆਉਣ ਲਈ ਇਸ ਤਰੀਕੇ ਨਾਲ ਯੋਗਦਾਨ ਪਾਇਆ। ਹਾਂਜੀ ਰਣਜੀਤ ਜੀ, ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਰੰਗ ਭੇਦ, ਊਚ ਨੀਚ। ਤੇ ਇਸ ਦੇ ਨਾਲ ਹੀ ਮੈਂ ਅੱਗੇ ਇਹ ਜਾਣਨਾ ਚਾਹੁੰਦੀ ਹਾਂ ਕਿ ਔਰਤ ਦੀ ਸਥਿਤੀ ਪੂਰੀ ਦੁਨੀਆ ਦੇ ਅੰਦਰ ਕਿਸ ਪ੍ਰਕਾਰ ਦੀ ਹੈ। ਪੂਨਮ ਜੀ, ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜੇ ਜਿਹੜਾ ਸਾਡਾ ਮਰਦ ਪ੍ਰਧਾਨ ਸਮਾਜ ਕਿਹਾ ਜਾਂਦਾ ਹੈ, ਅਗਰ ਮਰਦ ਦੀ ਸਥਿਤੀ ਇਹੋ ਜਿਹੀ ਹੈ ਕਿ ਅਗਰ ਉਹ ਕਾਲਾ ਮਰਦ ਹੈ ਤੇ ਉਹ ਇੱਕ ਦਾਸ ਦਾ ਜੀਵਨ ਬਤੀਤ ਕਰਦਾ, ਤਾਂ ਤੁਸੀਂ ਔਰਤ ਸੰਬੰਧੀ ਸਮਝ ਸਕਦੇ ਹੋ ਕਿ ਉਸ ਦਾ ਜੀਵਨ ਕਿਵੇਂ ਦਾ ਹੋਵੇਗਾ। ਅੱਜ ਕੀ ਬਹੁਤ ਤਰੱਕੀ ਹੋ ਗਈ, ਆਪਾਂ ਸਾਇੰਸ ਦੀਆਂ ਗੱਲਾਂ ਕਰਦੇ ਹਨ, ਉਦਯੋਗਿਕ ਸਮਾਜ ਦੀਆਂ ਗੱਲਾਂ ਕਰਦੇ ਹਨ, ਪਰ ਅੱਜ ਵੀ ਔਰਤ ਪ੍ਰਤੀ ਬਹੁਤ ਹੀ ਮਾੜੀ ਸੋਚ ਹੈ। ਈਵਨ ਕਿ ਭਰੂਣ ਹੱਤਿਆ ਦੀਆਂ ਖਬਰਾਂ ਆ ਰਹੀਆਂ, ਰੇਪ ਦੀਆਂ ਖਬਰਾਂ ਆ ਰਹੀਆਂ ਹਨ, ਸਤੀ ਪ੍ਰਥਾ, ਦਹੇਜ ਪ੍ਰਥਾ, ਪਤਾ ਨਹੀਂ ਅਨੇਕਾਂ ਤਰ੍ਹਾਂ ਦੇ ਅਤਿਆਚਾਰ ਔਰਤਾਂ ਉੱਪਰ ਹੋ ਰਹੇ ਹਨ। ਔਰ ਤੁਸੀਂ ਦੇਖਿਆ ਹੋਣਾ ਆ ਕਿ ਮਤਲਬ ਕਿ ਔਰਤ ਨੂੰ ਜੋਬ ਵਿੱਚ, ਅਗਰ ਪਹਿਲੀ ਗੱਲ ਤਾਂ ਉਹਨੂੰ ਜੋਬ ਮਿਲਦੀ ਨਹੀਂ, ਜੇਕਰ ਉਹਨੂੰ ਜੋਬ ਮਿਲਦੀ ਹੈ ਤਾਂ ਉਹਨੂੰ ਘੱਟ ਵੇਤਨ ਮਿਲਦਾ ਹੈਗਾ ਆ। ਸੋ ਮੈਂ ਤੁਹਾਨੂੰ ਇੱਕ ਅੰਕੜਾ ਦੱਸਣਾ ਚਾਹਾਂਗਾ ਕਿ ਨਿਊਜ਼ੀਲੈਂਡ ਇੱਕ ਪਹਿਲਾ ਦੇਸ਼ ਸੀਗਾ ਜਿਹਨ ਕਿ 1893 ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ, ਔਰ ਇੰਗਲੈਂਡ ਨੇ 1918 ਵਿੱਚ, ਔਰ USA ਨੇ 1920 ਵਿੱਚ, ਔਰ ਸਾਊਦੀ ਅਰਬ ਇੱਕ ਇਹੋ ਜਿਹਾ ਦੇਸ਼ ਹੈ ਜਿਹਨੇ 2015 ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ। ਸੋ ਇਹਨਾਂ ਚੀਜ਼ਾਂ ਤੋਂ ਤੁਸੀਂ ਔਰਤ ਦੀ ਸਥਿਤੀ ਬਾਰੇ ਸਮਝ ਸਕਦੇ ਹੋ। ਮੈਂ ਕਈ ਵਾਰੀ ਸੋਚਦਾ ਹਾਂ ਕਿ ਆਪਾਂ ਆਪਣੇ ਰਾਮਾਇਣ ਵਿੱਚ ਸੀਤਾ ਮਾਤਾ ਔਰ ਮਹਾਭਾਰਤ ਵਿੱਚ ਦ੍ਰੋਪਦੀ, ਜਿਨ੍ਹਾਂ ਦਾ ਬੜਾ ਸਤਿਕਾਰ ਕਰਦਾ, ਸਾਡਾ ਸਮਾਜ ਸਤਿਕਾਰ ਕਰਦਾ, ਕੰਜਕਾਂ ਪੂਜਦਾ ਹੈਗਾ, ਉਹਨਾਂ ਨੂੰ ਮਤਲਬ ਕਿ ਪ੍ਰੀਖਿਆ ਦੇਣੀ ਪਈ। ਔਰ ਦ੍ਰੋਪਦੀ ਬਾਰੇ ਤੁਸੀਂ ਸੁਣਦੇ ਹੋ ਕਿ ਉਹਨਾਂ ਨੂੰ ਇੱਕ ਵਸਤੂ ਦੀ ਤਰ੍ਹਾਂ ਜੂਏ ਵਿੱਚ ਹਾਰ ਦਿੱਤਾ ਗਿਆ। ਉਹ ਇਹ ਜਿਹੜੀਆਂ ਚੀਜ਼ਾਂ ਆ ਸਾਨੂੰ ਔਰਤ ਦੀ ਸਥਿਤੀ ਬਾਰੇ ਦੱਸਦੀਆਂ ਹਨ ਕਿ ਸਦੀਆਂ ਤੋਂ ਅੱਜ ਤੱਕ ਔਰਤ ਦੀ ਸਥਿਤੀ ਜਿਹੜੀ ਹੈ ਕਿਸ ਤਰੀਕੇ ਦੀ ਹੈਗੀ ਆ। 15 ਤੋਂ 39 ਸਾਲ ਦੀਆਂ ਔਰਤਾਂ ਉੱਪਰ ਘਰੇਲੂ ਹਿੰਸਾ ਔਰ ਰੇਪ ਦੇ ਕੇਸ ਆਮ ਹੀ ਦੇਖਣ ਨੂੰ ਮਿਲਦੇ ਹਨ। ਅੰਕੜੇ ਅਨੁਸਾਰ 70 ਤੋਂ 72% ਇਹੋ ਜਿਹੇ ਔਰਤਾਂ ਨੇ ਜਿਨ੍ਹਾਂ ਉੱਪਰ ਰੇਪ ਔਰ ਹਿੰਸਾ ਦੀਆਂ ਘਟਨਾਵਾਂ ਆਮ ਹੁੰਦੀਆਂ ਹਨ। ਇਹਨਾਂ ਵਿੱਚੋਂ 40% ਦੇ ਕਰੀਬ ਔਰਤਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਉਮਰ 15 ਸਾਲ ਤੋਂ ਘੱਟ ਹੁੰਦੀ ਹੈ। ਔਰ ਪੇਂਡੂ ਖੇਤਰਾਂ ਵਿੱਚ ਅਗਰ ਆਪਾਂ ਅੰਕੜਾ ਦੇਖੀਏ ਤਾਂ 100 ਦੇ ਪਿੱਛੇ ਇੱਕ ਲੜਕੀ ਜਿਹੜੀ ਸਕੂਲ ਤੱਕ ਪਹੁੰਚ ਪਾਉਂਦੀ ਹੈ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਨੂੰ ਔਰਤਾਂ ਦੀ ਸਥਿਤੀ ਬਾਰੇ ਦੱਸਦੀਆਂ ਹਨ। ਤੁਸੀਂ ਪਿੱਛੇ ਜੇ ਪੜ੍ਹਿਆ ਹੋਣਾ ਕਿ ਪਾਕਿਸਤਾਨ ਵਿੱਚ ਇੱਕ ਛੋਟੀ ਬੱਚੀ ਮਲਾਲਾ, ਜਿਹਨੂੰ ਬਾਅਦ ਵਿੱਚ ਸ਼ਾਂਤੀ ਪੁਰਸਕਾਰ, ਨੋਬਲ ਪੁਰਸਕਾਰ ਵੀ ਮਿਲਿਆ, ਉਹਦੀ ਸਿਰਫ ਇੱਕ ਇੱਛਾ ਸੀ ਕਿ ਮੈਂ ਪੜ੍ਹਨਾ ਚਾਹੁੰਦੀ ਹਾਂ, ਅਤੇ ਉਸ ਦੇ ਉੱਪਰ ਗੋਲੀਆਂ ਨਾਲ ਅਟੈਕ ਕੀਤਾ ਗਿਆ। ਉਹ ਕੋਮਾ 'ਚ ਰਹੀ, ਵਿਦੇਸ਼ਾਂ ਵਿੱਚ ਉਸਦਾ ਇਲਾਜ ਹੋਇਆ, ਉਸ ਤੋਂ ਬਾਅਦ ਉਸ ਨੂੰ ਸ਼ਾਂਤੀ ਪੁਰਸਕਾਰ ਮਿਲਿਆ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਮੈਂ ਤੁਹਾਨੂੰ ਇੱਕ ਹੋਰ ਅੰਕੜਾ ਦੱਸਣਾ ਚਾਹਾਂਗਾ ਕਿ ਅਮਰੀਕਾ, ਜਿਹੜਾ ਕਿ ਦੁਨੀਆ ਦਾ ਪਾਵਰਫੁਲ ਕੰਟਰੀ, 1 ਨੰਬਰ ਮੰਨਿਆ ਜਾਂਦਾ ਹੈ, ਅੱਜ ਤੱਕ ਉੱਥੇ ਕੋਈ ਵੀ ਉਹ ਰਾਸ਼ਟਰਪਤੀ ਲੇਡੀ ਨਹੀਂ ਬਣ ਸਕੀ, ਵੋਮਨ ਨਹੀਂ ਬਣ ਸਕੀ, ਔਰਤ ਨਹੀਂ ਬਣ ਸਕੀ। ਸੋ ਪਿਛਲੀ ਵਾਰ ਜਦੋਂ ਇਲੈਕਸ਼ਨ ਹੋਇਆ ਸੀ ਤਾਂ ਉਸ ਸਮੇਂ ਹਿਲੇਰੀ ਕਲਿੰਟਨ ਜੋ ਰਾਸ਼ਟਰਪਤੀ ਦੇ ਉਮੀਦਵਾਰ ਸੀ, ਬੜੀ ਉਮੀਦ ਕੀਤੀ ਜਾ ਰਹੀ ਸੀ, ਪੂਰੇ ਅਨੁਮਾਨ ਲਗਾਏ ਜਾ ਰਹੇ ਸਨ। ਔਰ ਮੇਰਾ ਮੰਨਣਾ ਹੈਗਾ ਕਿ ਮੇਰੇ ਹਿਸਾਬ ਨਾਲ ਮੈਨੂੰ ਇੱਦਾਂ ਮਹਿਸੂਸ ਹੋਇਆ ਕਿ ਸ਼ਾਇਦ ਉਹ ਇੱਕ ਔਰਤ ਹੋਣ ਕਰਕੇ ਉਹ ਨਹੀਂ ਜਿੱਤ ਸਕੀ। ਇੱਕ ਟਰੰਪ ਜਿਹਦਾ ਕਿ ਪੂਰਾ ਕਾਰਜਕਾਲ ਵਿਵਾਦਾਂ ਵਿੱਚ ਰਿਹਾ, ਉਹ ਟਰੰਪ ਜਿਹਦੇ ਕੋਲ ਰਾਜਨੀਤੀ ਦਾ ਕੋਈ ਤਜਰਬਾ ਵੀ ਨਹੀਂ ਸੀ, ਉਹ ਜੇਤੂ ਹੋ ਗਿਆ। ਪਹਿਲੀ ਵਾਰ ਆਪਣੇ ਉੱਥੇ ਕਮਲਾ ਹੈਰਿਸ ਉਪ ਰਾਸ਼ਟਰਪਤੀ ਜੋ ਬਣੀ ਹੈ, ਇੱਕ ਔਰਤ ਬਣੀ ਹੈਗੀ ਆ। ਸੋ ਇਹਨਾਂ ਚੀਜ਼ਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੋ ਮਤਲਬ ਕਿ ਔਰਤ ਦੀ ਸਥਿਤੀ ਪੂਰੀ ਦੁਨੀਆ ਵਿੱਚ ਕਿਸ ਤਰੀਕੇ ਦੀ ਹੈਗੀ ਆ। ਆਪਣੇ ਭਾਰਤ ਦਾ ਅਗਰ ਨੰਬਰ ਦੀ ਮੈਂ ਗੱਲ ਕਰਾਂ ਤਾਂ ਪੂਰੇ ਦੇਸ਼ ਵਿੱਚ 120ਵੇਂ ਨੰਬਰ 'ਤੇ ਔਰਤਾਂ ਦੀ ਸਥਿਤੀ ਵਿੱਚ ਭਾਰਤ ਦਾ ਦੇਸ਼ ਆਉਂਦਾ। ਸੋ ਇਹਨਾਂ ਚੀਜ਼ਾਂ ਤੋਂ ਤੁਸੀਂ ਔਰਤ ਦੀ ਸਥਿਤੀ ਬਾਰੇ ਅੰਦਾਜ਼ਾ ਲਾ ਸਕਦੇ ਹੋ। ਜਦੋਂ ਮੈਂ ਕਦੀ ਸਤੀ ਪ੍ਰਥਾ ਬਾਰੇ ਸੁਣਦਾ ਤਾਂ ਦੇਖੋ ਆਪਾਂ ਨੂੰ ਜੇ ਕਿਵੇਂ ਦੇ ਹਾਲਾਤ ਹੋਣਗੇ ਕਿ ਔਰਤ ਅਗਰ ਉਹਦਾ ਪਤੀ ਮਰ ਜਾਂਦਾ ਤਾਂ ਉਹਨੂੰ ਉਹਦੀ ਚਿਤਾ ਵਿੱਚ ਸਰਨਾ ਪੈਂਦਾ ਹੈ। ਸੋ ਅੱਜ ਵੀ ਦਹੇਜ ਪ੍ਰਥਾ, ਅਨੇਕਾਂ ਪ੍ਰਕਾਰ ਦੀਆਂ ਇਹੋ ਜਿਹੀਆਂ ਸਥਿਤੀਆਂ ਹਨ। ਕਦੀ ਕਦੀ ਖਬਰਾਂ ਜਦੋਂ ਪੜ੍ਹਨੇ ਨੂੰ ਮਿਲਦਾ ਹੈ ਕਿ ਵਿਦੇਸ਼ਾਂ ਵਿੱਚ ਭਰੂਣ ਹੱਤਿਆ ਦੀ ਮਤਲਬ ਕਿ ਮਨਾਹੀ ਹੈਗੀ ਆ,
ਤਾਂ ਉਹ ਸਾਡੇ ਦੇਸ਼ ਦੇ ਲੋਕ ਆਪਣੇ ਦੇਸ਼ ਵਿੱਚ ਜਾ ਕੇ ਡਾਕਟਰਾਂ ਨੂੰ ਮਿਲ ਕੇ ਪਤਾ ਨਹੀਂ ਕਿਸ ਕਿਸ ਤਰੀਕੇ ਨਾਲ ਬੱਚੀਆਂ ਨੂੰ ਕੁੱਖ ਵਿੱਚ ਹੀ ਮਾਰਦੇ ਹਨ, ਜਦਕਿ ਮਾਂ ਦਾ ਜਿਹੜਾ ਹੈਗਾ, ਔਰਤ ਦਾ ਸਾਡੇ ਜੀਵਨ ਵਿੱਚ ਇੱਕ ਬਹੁਤ ਵੱਡਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਮਾਂ ਭੈਣ ਦੇ ਰੂਪ, ਔਰਤ ਭੈਣ ਦੇ ਰੂਪ ਵਿੱਚ, ਮਾਂ ਦੇ ਰੂਪ ਵਿੱਚ, ਪਤਨੀ ਦੇ ਰੂਪ ਵਿੱਚ, ਭੈਣ ਦੇ ਰੂਪ ਵਿੱਚ ਸਾਡੇ ਨਾਲ ਰਿਸ਼ਤੇ ਨਿਭਾਉਂਦੀ ਹੈ। ਸੋ ਇਸ ਤਰੀਕੇ ਨਾਲ ਇਹਨਾਂ ਚੀਜ਼ਾਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਕਿ ਔਰਤ ਦੀ ਕਿਸ ਤਰੀਕੇ ਦੀ ਸਥਿਤੀ ਹੈ। ਹਾਂਜੀ ਰਣਜੀਤ ਜੀ, ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਔਰਤ ਦੀ ਸਥਿਤੀ ਬਾਰੇ ਦੱਸਿਆ। ਤੇ ਇਸ ਤੋਂ ਅੱਗੇ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਜਿਵੇਂ ਕਿ ਤੁਸੀਂ ਦੱਸਿਆ ਕਿ ਸਾਰੀ ਦੁਨੀਆ ਅੰਦਰ ਸਮਾਜਿਕ ਵਿਤਕਰਾ ਪਾਇਆ ਜਾਂਦਾ ਹੈ, ਤੇ ਸਾਡੇ ਆਪਣੇ ਦੇਸ਼ ਅੰਦਰ ਇਸ ਦੀ ਕੀ ਸਥਿਤੀ ਹੈ? ਪੂਨਮ ਜੀ, ਸਾਡੇ ਦੇਸ਼ ਵਿੱਚ ਇਸ ਦੀ ਸਥਿਤੀ ਬਹੁਤ ਹੀ ਜ਼ਿਆਦਾ, ਮੈਂ ਕਹੂੰਗਾ ਕਿ ਭਿਆਨਕ ਹੈਗੀ ਆ। ਆਪਣੇ ਦੇਸ਼ ਵਿੱਚ, ਜਿਵੇਂ ਤੁਹਾਨੂੰ ਕਿਹਾ ਕਿ ਵਿਦੇਸ਼ਾਂ ਵਿੱਚ ਸਿਰਫ ਇੱਕ ਰੰਗ ਭੇਦ ਦੀ ਨੀਤੀ ਹੈਗੀ, ਆਪਣੇ ਦੇਸ਼ ਵਿੱਚ ਤਾਂ ਬਹੁਤ ਹੀ ਜ਼ਿਆਦਾ ਤਰੀਕੇ ਦਾ ਵਿਤਕਰਾ ਪਾਇਆ ਜਾਂਦਾ ਹੈਗਾ। ਪਹਿਲੀ ਗੱਲ, ਸਾਡੇ ਸਮਾਜ ਨੂੰ 4 ਵਰਨਾਂ ਵਿੱਚ ਵੰਡਿਆ ਗਿਆ ਹੈ: ਬ੍ਰਾਹਮਣ, ਛਤਰੀ, ਵੈਸ਼ ਤੇ ਸ਼ੂਦਰ। ਸ਼ੂਦਰ ਇੱਕ ਇਹੋ ਜਿਹੀ ਜਾਤੀ ਹੈ ਜੋ ਸਾਰਿਆਂ ਦੀ ਸੇਵਾਦਾਰ ਹੈ। ਉਹਦਾ ਕੰਮ ਹੈ ਗੰਦ ਚੱਕਣਾ, ਲੋਕਾਂ ਦੀ ਸੇਵਾ ਕਰਨੀ। ਮਤਲਬ ਕਿ ਤੁਸੀਂ ਪੂਨਮ ਅਗਰ ਇਤਿਹਾਸ ਪੜ੍ਹੋਗੇ ਤਾਂ ਤੁਹਾਡੀ ਲੂਈ ਖੜੀ ਹੋ ਜਾਊਗੀ ਕਿ ਅਗਰ ਸ਼ੂਦਰ ਨੂੰ ਮਾਰ ਵੀ ਦਿੱਤਾ ਜਾਂਦਾ ਹੈਗਾ ਤਾਂ ਤੁਹਾਨੂੰ ਕੋਈ ਪਾਪ ਨਹੀਂ ਲੱਗੇਗਾ। ਇਸ ਤਰੀਕੇ ਦੀਆਂ ਮਤਲਬ ਕਿ ਗੱਲਾਂ ਲਿਖੀਆਂ ਗਈਆਂ ਹਨ। ਸੋ ਜਦੋਂ ਆਪਾਂ ਸ਼ੂਦਰ ਦੇ ਸੰਬੰਧ ਵਿੱਚ ਗੱਲ ਕਰਦੇ ਹਾਂ, ਆਪਣੇ ਸਮਾਜ ਦੇ ਸੰਬੰਧ ਵਿੱਚ ਗੱਲ ਕਰਦੇ, ਤਾਂ ਮੈਂ ਕਈ ਵਾਰੀ ਸੋਚਦਾ ਕਿ ਕਾਂ ਦੀ ਕੋਈ ਜਾਤ ਨਹੀਂ ਹੈ, ਗਾਂ ਦੀ ਕੋਈ ਜਾਤ ਨਹੀਂ ਹੈ, ਪਰ ਇਨਸਾਨ ਨੂੰ ਆਪਾਂ ਅਨੇਕਾਂ ਹੀ ਜਾਤਾਂ ਧਰਮਾਂ ਵਿੱਚ ਵੰਡ ਦਿੱਤਾ ਹੈ। ਜਦਕਿ ਗੁਰਬਾਣੀ ਦਾ ਉਦੇਸ਼ ਹੈ, ਅੱਬਲ ਅੱਲਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਪੂਨਮ ਜੀ, ਤੁਸੀਂ ਪੜ੍ਹਿਆ ਹੋਣਾ ਕਿ ਮੈਂ ਕਈ ਵਾਰੀ ਖੁਦ ਇਹ ਗੱਲਾਂ ਪੜ੍ਹੀਆਂ, ਦੇਖੀਆਂ, ਟੀਵੀ 'ਤੇ ਖਬਰਾਂ 'ਚ ਸੁਣਿਆ ਕਿ ਅਗਰ ਕਿਸੇ ਬੰਦੇ ਨੇ ਤਿੱਲੇ ਵਾਲੀ ਜੁੱਤੀ ਪਾ ਲਈ ਜਾਂ ਕੋਈ ਬੂਟ ਪਾ ਲਏ ਤਾਂ ਉੱਚ ਜਾਤੀ ਦੇ ਲੋਕਾਂ ਨੇ ਉਹਦਾ ਕਤਲ ਕਰ ਦਿੱਤਾ ਗਿਆ। ਅਗਰ ਕੋਈ ਬੰਦਾ ਘੋੜੇ 'ਤੇ ਚੜ੍ਹ ਗਿਆ ਵਿਆਹ ਦੇ ਟਾਈਮ 'ਤੇ ਤਾਂ ਉਹਦਾ ਕਤਲ ਕਰ ਦਿੱਤਾ ਗਿਆ। ਅਗਰ ਕਿਸੇ ਬੰਦੇ ਨੇ ਵਿਆਹ ਦੇ ਵਿੱਚ ਡੀਜੇ ਲਗਾ ਲਿਆ, ਜੋ ਕਿ ਅੱਜ ਕੱਲ੍ਹ ਆਮ ਹੈ, ਤਾਂ ਉਹਦਾ ਕਤਲ ਕਰ ਦਿੱਤਾ ਗਿਆ। ਅਮੀਰ ਆਦਮੀ ਦੇ ਸਾਹਮਣੇ ਜਾਂ ਉੱਚ ਜਾਤੀ ਦੇ ਸਾਹਮਣੇ ਸ਼ੂਦਰ ਬੰਦਾ, ਨੀਵੀਂ ਜਾਤ ਦਾ ਬੰਦਾ ਸਿਰ ਝੁਕਾ ਕੇ ਲੰਘੇਗਾ। ਉਹ ਉਹਦੇ 'ਚ ਅੱਖਾਂ 'ਚ ਅੱਖਾਂ ਪਾ ਕੇ ਉਹਦੇ ਨਾਲ ਗੱਲ ਨਹੀਂ ਕਰ ਸਕਦਾ। ਗਰੀਬ ਬੰਦੇ ਦੇ ਘਰ ਅਗਰ ਕਦੀ ਕੋਈ ਅਮੀਰ ਬੰਦਾ ਆਵੇ ਤਾਂ ਜੋ ਗਰੀਬ ਬੰਦਾ ਆਪਣੇ ਘਰ ਵਿੱਚ ਜ਼ਮੀਨ 'ਤੇ ਬੈਠੇਗਾ, ਥੱਲੇ ਵੀ ਕੁਛ ਨਹੀਂ ਲਏਗਾ, ਔਰ ਉਹ ਅਮੀਰ ਬੰਦਾ ਕੁਰਸੀ 'ਤੇ ਜਾਂ ਮੰਜੇ 'ਤੇ ਉੱਚੀ ਥਾਂ 'ਤੇ ਬੈਠੇਗਾ। ਸੋ ਇਹਨਾਂ ਚੀਜ਼ਾਂ ਤੋਂ ਤੁਸੀਂ ਦੇਖ ਸਕਦੇ ਹੋ। ਇਸ ਤੋਂ ਵੀ ਪਿੱਛੇ ਆਪਾਂ ਇਤਿਹਾਸ ਵਿੱਚ ਚੱਲ ਜਾਈਏ ਤਾਂ ਸਾਨੂੰ ਦੇਖਣ ਨੂੰ ਮਿਲਦਾ ਕਿ ਜਦੋਂ ਅਗਰ ਕੋਈ ਵੀ ਗਰੀਬ ਤਬਕੇ ਦਾ ਬੰਦਾ ਕੋਈ ਗਿਆਨ ਦੀ ਗੱਲ ਸੁਣਦਾ ਸੀ ਜਾਂ ਧਰਮ ਦੀ ਗੱਲ ਸੁਣਦਾ ਸੀ ਤਾਂ ਉਹਦੇ ਕੰਨਾਂ ਵਿੱਚ ਸਿੱਕੇ ਪਾਤੇ ਜਾਂਦੇ ਸਨ ਤਾਂ ਜੋ ਇਹ ਦੁਬਾਰਾ ਇਹੋ ਜਿਹੀ ਗੱਲ ਨਾ ਕਰ ਸਕੇ। ਉਹਦੀ ਜੀਭ ਤੱਕ ਕੱਟ ਦਿੱਤੀ ਜਾਂਦੀ ਸੀ। ਏਕਲਵਿਆ ਦਾ ਤੁਸੀਂ ਸੁਣਿਆ ਹੋਣਾ ਕਿ ਅੰਗੂਠਾ ਕੱਟ ਦਿੱਤਾ ਕਿ ਕਿਸੇ ਤਰੀਕੇ ਨਾਲ ਇਹ ਇਸ ਖੇਤਰ ਵਿੱਚ ਅੱਗੇ ਨਾ ਵੱਧ ਸਕੇ। ਜਾਨਵਰ ਤਾਲਾਬ ਤੋਂ ਪਾਣੀ ਪੀ ਸਕਦਾ ਹੈ ਪਰ ਇਨਸਾਨ ਨਹੀਂ ਪੀ ਸਕਦਾ। ਇੱਥੇ ਤੱਕ ਕਿ ਮਨੁੱਖ ਦਾ, ਸ਼ੂਦਰ ਮਨੁੱਖ ਦਾ ਪਰਛਾਵਾਂ ਤੱਕ ਵੀ ਨਹੀਂ ਲਿਆ ਜਾਂਦਾ। ਮੂੰਹ ਦੇ ਅੱਗੇ ਘੜਾ ਬੰਨਿਆ ਜਾਂਦਾ ਸੀ ਔਰ ਪਿੱਛੇ ਝਾੜੂ ਬੰਨਿਆ ਜਾਂਦਾ ਸੀ ਤਾਂ ਜੋ ਉਸਨੇ ਜੋ ਥੁੱਕਣਾ ਹੈ ਉਹ ਘੜੇ ਵਿੱਚ ਥੁੱਕੇ, ਔਰ ਜੋ ਵੀ ਉਹਦੇ ਪਿੱਛੇ ਜੋ ਤੁਰਿਆ ਜਾ ਰਿਹਾ ਹੈਗਾ ਉਹਦਾ ਜਿਹੜਾ ਪਰਛਾਵਾਂ ਹੈਗਾ, ਉਹਦੀ ਜਿਹੜੀ ਛੂਹ ਹੈਗੀ ਹੈ ਧਰਤੀ ਨੂੰ, ਉਹ ਸਾਫ਼ ਹੁੰਦੀ ਜਾਵੇ। ਸਕੂਲਾਂ ਵਿੱਚ ਅਗਰ ਕਿਸੇ ਬੱਚੇ ਨੇ, ਸ਼ੂਦਰ ਨੇ ਪੜ੍ਹਨਾ ਤਾਂ ਉਹਨੂੰ ਬਾਹਰ ਬੈਠਣਾ ਪਏਗਾ, ਉਹ ਪਾਣੀ ਵੀ ਨਹੀਂ ਪੀ ਸਕਦਾ। ਮਤਲਬ ਕਿ ਡਾਕਟਰ ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਲਿਖਿਆ, ਜਿਵੇਂ ਮੈਂ ਪਹਿਲੇ ਵੀ ਗੱਲ ਕੀਤੀ ਕਿ ਉਹਨਾਂ ਦੇ ਕੋਲ 32 ਦੇ ਕਰੀਬ ਉਸ ਟਾਈਮ ਡਿਗਰੀਆਂ ਸਨ ਔਰ 9 ਦੇ ਕਰੀਬ ਉਹ ਭਾਸ਼ਾਵਾਂ ਨੂੰ ਜਾਣਦੇ ਸਨ। ਬਹੁਤ ਸਾਰਾ ਉਹਨਾਂ ਦੇ ਕੋਲ ਗਿਆਨ ਸੀ। ਉਹਨਾਂ ਨੇ ਅਲੱਗ-ਅਲੱਗ ਦੇਸ਼ਾਂ ਤੋਂ ਚੰਗੀਆਂ ਗੱਲਾਂ ਇਕੱਠੀਆਂ ਕਰਕੇ ਆਪਣਾ ਸੰਵਿਧਾਨ ਬਣਾਇਆ ਤਾਂ ਜੋ ਸਮਾਜ ਵਿੱਚ ਇਹ ਵਿਤਕਰਾ ਦੂਰ ਹੋ ਸਕੇ, ਸਭ ਇੱਕ ਸਮਾਨ ਰਹਿ ਸਕਣ, ਇਨਸਾਨ ਦੀ ਕਦਰ ਕਰ ਸਕੇ। ਸੋ ਇਹੋ ਜਿਹਾ ਉਹਨਾਂ ਨੇ ਸੰਵਿਧਾਨ ਬਣਾਇਆ। ਪਰ ਤੁਸੀਂ ਦੇਖ ਸਕਦੇ ਹੋ ਕਿ ਅਜੇ ਵੀ ਆਪਣੇ ਦੇਸ਼ ਵਿੱਚ ਇਹੋ ਜਿਹੀਆਂ ਗੱਲਾਂ ਦੇਖਣ ਨੂੰ ਆਮ ਮਿਲਦੀਆਂ ਹਨ। ਹਜ਼ਾਰਾਂ ਸਾਲ ਤੋਂ ਧਾਰਮਿਕ ਔਰ ਵਿੱਦਿਅਕ ਅਦਾਰੇ ਜਿਹੜੇ ਹਨ ਉਹ ਇਹਨਾਂ ਜਾਤੀਆਂ ਲਈ ਬੰਦ ਰਹੇ ਨੇ। ਭਾਵੇਂ ਸੰਵਿਧਾਨ ਦੇ ਅਨੁਸਾਰ ਅੱਜ ਵੀ ਬਹੁਤ ਸਾਰੇ ਅਧਿਕਾਰ ਮਿਲ ਗਏ ਨੇ, ਪਰ ਬਹੁਤ ਸਾਰੀਆਂ ਇਹੋ ਜਿਹੀਆਂ ਸਟੇਟਾਂ ਹਨ ਤੇ ਜਿਨ੍ਹਾਂ ਵਿੱਚ ਅਜੇ ਤੱਕ ਵੀ ਇਹੋ ਜਿਹੇ ਵਿਤਕਰੇ ਆਮ ਦੇਖਣ ਨੂੰ ਮਿਲਦੇ ਹਨ। ਸੋ ਤੁਸੀਂ ਇਹਨਾਂ ਚੀਜ਼ਾਂ ਤੋਂ ਭਾਰਤ ਦੀ ਸਥਿਤੀ ਬਾਰੇ ਸਮਝ ਸਕਦੇ ਹੋ। ਹਾਂਜੀ ਰਣਜੀਤ ਜੀ, ਗੁਰਬਾਣੀ ਅਨੁਸਾਰ ਸਾਨੂੰ ਕਿਸ ਪ੍ਰਕਾਰ ਇਸ ਸੰਬੰਧੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਸੰਬੰਧੀ ਤੁਸੀਂ ਕੁਝ ਕਹੋ ਪਲੀਜ਼। ਪੂਨਮ ਜੀ, ਤੁਸੀਂ ਇੱਕ ਬਹੁਤ ਵਧੀਆ ਸਵਾਲ ਮੈਨੂੰ ਪੁੱਛਿਆ ਹੈਗਾ ਕਿ ਜਿੰਨੇ ਵੀ ਧਾਰਮਿਕ ਇਨਸਾਨ ਇਸ ਧਰਤੀ 'ਤੇ ਆਏ ਹਨ, ਸ਼ਖਸੀਅਤਾਂ ਆਈਆਂ ਹਨ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਉਹਨਾਂ ਦਾ ਆਦੇਸ਼ ਹੀ ਹੁੰਦਾ ਹੈ ਕਿ ਅਸੀਂ ਸਾਰੇ ਇੱਕ ਹਾਂ, ਇੱਕ ਹੀ ਉਸ ਰੱਬ ਦੇ ਬੱਚੇ ਹਾਂ। ਸੋ ਸਾਰੇ ਹੀ ਭੈਣ ਭਰਾ ਹਾਂ। ਸਭ ਤੋਂ ਪਹਿਲਾਂ ਬੁੱਧ ਧਰਮ ਨੇ ਇਸ ਸੰਬੰਧੀ ਆਵਾਜ਼ ਉਠਾਈ
ਤਾਂ ਉਹਦਾ ਤੁਸੀਂ ਦੇਖਿਆ ਹੋਣਾ ਕਿ ਬੁੱਧ ਧਰਮ ਜੋ ਗਿਆ ਵਿੱਚ ਬਿਹਾਰ ਦੀ ਧਰਤੀ 'ਚ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ, ਉਹਨਾਂ ਨੇ ਸਭ ਨੂੰ ਸਮਾਨ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਉਸ ਸਮੇਂ ਦੇ ਵਰਗ ਨੇ, ਉੱਚ ਜਾਤੀ ਵਰਗ ਨੇ ਇਸ ਚੀਜ਼ ਨੂੰ ਸਵੀਕਾਰ ਨਾ ਕੀਤਾ ਤੇ ਕਾਫੀ ਸਾਰੇ ਬੋਧੀਆਂ ਦਾ ਕਤਲ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਉੱਥੋਂ ਖਦੇੜ ਦਿੱਤਾ ਗਿਆ। ਉਹੀ ਕਾਰਨ ਹੈ ਕਿ ਅੱਜ ਬੁੱਧ ਮਤ ਦੇ ਲੋਕ ਭਾਰਤ ਵਿੱਚ ਘੱਟ ਨੇ, ਵਿਦੇਸ਼ਾਂ ਵਿੱਚ ਬਰਮਾ, ਚੀਨ, ਨੇਪਾਲ, ਭੂਟਾਨ ਇਹਨਾਂ ਕੰਟਰੀਆਂ ਵਿੱਚ ਜਾ ਕੇ ਵੱਸ ਗਏ। ਸੋ ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਸਿੱਖ ਧਰਮ ਦੀ, ਤਾਂ ਅੱਜ ਤੱਕ ਪੂਨਮ ਜੀ ਜਿੰਨੇ ਵੀ ਧਰਮ ਹੋਏ ਹਨ ਉਹਨਾਂ ਨੂੰ ਜਿਸ ਵੀ ਕਿਸੇ ਸ਼ਖਸੀਅਤ ਨੇ ਲਿਖਿਆ ਤੇ ਉਹਦੇ ਵਿੱਚ ਇਤਿਹਾਸ ਔਰ ਮਿਥਿਹਾਸ ਦੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਸ਼ਬਦ ਜੋ ਗੁਰੂ ਮਹਾਰਾਜ ਨੇ ਲਿਖਿਆ ਇੱਕ ਓਂਕਾਰ, ਭਾਵ ਉਹ ਪਰਮਾਤਮਾ ਇੱਕ ਹੈ, ਉਹ ਪਰਮਾਤਮਾ ਅਲੱਗ-ਅਲੱਗ ਨਹੀਂ ਹੈ। ਸੋ ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਹਰ ਇੱਕ ਵਰਗ ਨੂੰ, ਹਰ ਇੱਕ ਧਰਮ ਦੇ ਇਨਸਾਨ ਨੂੰ, ਉਹਨਾਂ ਦੀ ਨਜ਼ਰ ਵਿੱਚ ਕੋਈ ਛੋਟਾ ਵੱਡਾ, ਕੋਈ ਊਚ ਨੀਚ ਹੈ ਹੀ ਨਹੀਂ ਆ। ਸੋ ਉਸ ਸਮੇਂ ਜੋ ਵੀ ਰੱਬ ਦੀ ਗੱਲ ਕਰਦਾ ਸੀ ਉਹਨਾਂ ਨੂੰ ਕੋਸ਼ਿਸ਼ ਕੀਤੀ ਕਿ ਗੁਰੂ ਮਹਾਰਾਜ ਦੀ ਇਸ ਬਾਣੀ ਵਿੱਚ ਦਰਜ ਕੀਤੀ ਜਾਵੇ ਤਾਂ ਜੋ ਸਾਰੀ ਸ੍ਰਿਸ਼ਟੀ ਨੂੰ ਇੱਕ ਮੈਸੇਜ ਆ ਸਕੇ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਾਡੇ ਹੀ ਦੇਸ਼ ਦੇ ਡਾਕਟਰ ਰਵਿੰਦਰ ਨਾਥ ਟੈਗੋਰ ਜੀ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ, ਉਹਨਾਂ ਦੀ ਇੱਕ ਸਟੇਟਮੈਂਟ ਸੀ ਕਿ ਅਗਰ ਸਾਰੀ ਦੁਨੀਆ ਇੱਕ ਦੇਸ਼ ਬਣ ਜਾਏ ਔਰ ਉਹਦਾ ਇੱਕ ਰਾਸ਼ਟਰੀ ਗੀਤ ਰੱਖਿਆ ਜਾਵੇ ਤਾਂ ਉਹ ਹੋਏਗਾ ਗਗਨ ਮੇਂ ਥਲ ਰਬ ਚੰਦੀਕ ਬਨੇ ਤਾਰਕਾ ਮੰਡ ਜਨਕ ਮੋਤੀ। ਸੋ ਉਹਨਾਂ ਨੇ ਮਤਲਬ ਕਿ ਇਸ ਤਰੀਕੇ ਨਾਲ ਗੁਰਬਾਣੀ ਬਾਰੇ ਵਰਣਨ ਕੀਤਾ ਕਿ ਗੁਰਬਾਣੀ ਇਸ ਤਰੀਕੇ ਨਾਲ ਸਾਨੂੰ ਸੇਧ ਦੇ ਰਹੀ ਹੈ ਧਾਰਮਿਕ ਪੱਖ ਤੋਂ, ਸਮਾਜਿਕ ਪੱਖ ਤੋਂ। ਸੋ ਤੁਸੀਂ ਮੈਨੂੰ ਸਵਾਲ ਕੀਤਾ ਕਿ ਇਸ ਵਿੱਚ ਗੁਰਬਾਣੀ ਅਨੁਸਾਰ ਸਾਨੂੰ ਕਿਸ ਤਰੀਕੇ ਨਾਲ ਇਸ ਵਿਤਕਰੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਸਾਨੂੰ ਇਸ ਬਾਰੇ ਕਿਸ ਤਰ੍ਹਾਂ ਸਮਝਾਇਆ ਹੈ। ਸੋ ਮੈਂ ਤੁਹਾਨੂੰ ਕੁਝ ਗੁਰਬਾਣੀ ਦੀਆਂ ਤੁਕਾਂ, ਅਗਰ ਮੈਂ ਗਲਤ ਪਾਵਾਂ ਤਾਂ ਮੈਂ ਪਹਿਲੇ ਹੀ ਮਾਫੀ ਮੰਗਾਂਗਾ। ਮੈਂ ਤੁਹਾਨੂੰ ਕੁਝ ਤੁਕਾਂ ਦੇ ਬਾਰੇ ਦੱਸਣਾ ਚਾਹਾਂਗਾ, ਜਿਵੇਂ ਕਿ ਏਕ ਪਿਤਾ ਇੱਕ ਇਸਕੇ ਹਮ ਬਾਰਕ, ਉਸ ਤੋਂ ਉਪਰੰਤ ਹੈ ਜਾਤ ਕਾ ਗਰਭ ਨਾ ਕਰ ਮੂਰਖ ਗਵਾਰ, ਇਸ ਗਰਭ ਤੇ ਚਲੇ ਬਹੁਤ ਵਿਕਾਰ। ਅੱਗੇ ਕਬੀਰ ਮਹਾਰਾਜ ਜੀ ਨੇ ਕਿਹਾ ਹੈ ਜੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤਉ ਆਨ ਬਾਟ ਕਾਹੂ ਨਾ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲਹੂ ਤੁਮ ਕਤ दूध, ਮਾਨਸ ਕੀ ਜਾਤ ਸਭ ਏਕ ਪਹਿਚਾਨਵੋ। ਪਾਸ਼ੇ ਦਸਵੀਂ ਜੀ ਨੇ ਇਹ ਸੰਦੇਸ਼ ਦੇ ਕੇ ਪੂਰੀ ਹੀ ਸੰਸਾਰ ਨੂੰ, ਪੂਰੀ ਮਾਨਵਤਾ ਨੂੰ ਏਕੇ ਵਿੱਚ ਬੰਨਣ ਦੀ ਕੋਸ਼ਿਸ਼ ਕੀਤੀ। ਜਿਸ ਸਮੇਂ ਉਹਨਾਂ ਨੇ 5 ਪਿਆਰਿਆਂ ਦੀ ਸਥਾਪਨਾ ਕੀਤੀ ਤਾਂ ਉਹਨਾਂ ਨੇ ਅਲੱਗ-ਅਲੱਗ ਜਾਤਾਂ ਦੇ ਬੰਦਿਆਂ ਨੂੰ, ਇਸੇ ਲਈ ਉਹਨਾਂ ਨੇ ਇੱਕ ਇਸ ਧਰਮ ਦੀ ਸਥਾਪਨਾ ਕੀਤੀ ਸੀ ਕਿ ਉਹ ਦੱਬੀਆਂ ਕੁਚਲੀਆਂ ਕੌਮਾਂ, ਜਿਹੜੇ ਲੋਕ ਅੱਜ ਤੱਕ ਕਦੀ ਕਿਸੇ ਅੱਗੇ ਆਵਾਜ਼ ਨਹੀਂ ਉਠਾ ਸਕੇ, ਉਹਨਾਂ ਨੇ ਉਸ ਕੌਮ ਨੂੰ, ਉਹਨਾਂ ਲੋਕਾਂ ਨੂੰ ਸਰਦਾਰ ਬਣਾਇਆ। ਸੋ ਉਹਨਾਂ ਦਾ ਸੰਦੇਸ਼ ਸੀ ਕਿ ਇਸ ਜੋ ਵੀ ਇਨਸਾਨ ਨੇ ਸਾਰੇ ਉਸ ਰੱਬ ਦੇ ਬੰਦੇ ਨੇ, ਸਾਰੇ ਇੱਕ ਨੇ, ਸਭ ਸਮਾਨ ਨੇ। ਸੋ ਸਾਨੂੰ ਗੁਰਬਾਣੀ ਤੋਂ ਸੇਧ ਲੈ ਕੇ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ ਤਾਂ ਜੋ ਸਮਾਜ ਵਿੱਚ ਸਮਾਨਤਾ ਲਿਆਂਦੀ ਜਾ ਸਕੇ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋਰ ਨਾਹੋਂ ਕੋ ਠਾਉ, ਸਭ ਨੂੰ ਪਿਆਰ ਮਿਲੇ, ਸਭ ਨੂੰ ਸਤਿਕਾਰ ਮਿਲੇ, ਸਭ ਦਾ ਮਾਣ ਸਤਿਕਾਰ ਬਣੇ। ਹਾਂਜੀ ਰਣਜੀਤ ਜੀ, ਤੁਸੀਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਅਖੀਰ ਵਿੱਚ ਸਾਡੀ ਸਾਰੀ ਟੀਮ ਕਿਸਾਨ ਸੰਘਰਸ਼ ਵਿੱਚ ਸ਼ਾਮਲ ਸਭ ਨੂੰ ਨਿਮਰ ਬੇਨਤੀ ਕਰਨਾ ਚਾਹੁੰਦੀ ਹੈ ਕਿ ਭਾਵੇਂ 26 ਜਨਵਰੀ ਦੀ ਟਰੈਕਟਰ ਰੈਲੀ ਤੋਂ ਪਹਿਲਾਂ 11ਵੀਂ ਕਿਸਾਨਾਂ ਤੇ ਸਰਕਾਰ ਵਿੱਚ ਹੋਈ ਮੀਟਿੰਗ ਦਾ ਨਤੀਜਾ ਉਮੀਦ ਦੇ ਉਲਟ ਆਇਆ ਹੈ, ਫਿਰ ਵੀ ਆਪਣਾ ਸੰਜਮ ਬਣਾਈ ਰੱਖਣਾ, ਖਾਸ ਕਰ ਵਿਦੇਸ਼ਾਂ ਵਿੱਚ ਬੈਠੇ ਭੈਣ ਭਰਾ ਕੁਝ ਅਜਿਹਾ ਨਾ ਕਹਿਣ ਜਿਸ ਨਾਲ ਹਾਲਾਤ ਤਣਾਅਪੂਰਨ ਬਣ ਜਾਣ। ਕਿਸਾਨ ਆਗੂ ਬਹੁਤ ਠਰਮੇ ਤੇ ਸੋਚ ਸਮਝ ਕੇ ਕਦਮ ਉਠਾ ਰਹੇ ਹਨ। ਅਸੀਂ ਉਹਨਾਂ ਦੇ ਉਦੇਸ਼ਾਂ ਦਾ ਪਾਲਣ ਕਰੀਏ। ਰੱਬ ਨੂੰ ਗਰੀਬ ਨਿਵਾਜ਼ ਕਿਹਾ ਗਿਆ ਹੈ, ਅਮੀਰ ਨਿਵਾਜ਼ ਨਹੀਂ। ਵਿਸ਼ਵਾਸ ਰੱਖਿਓ, ਰੱਬ ਜ਼ਰੂਰ ਸਾਥ ਦੇਵੇਗਾ। ਇਸ ਆਸ ਉਮੀਦ ਨਾਲ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਰਣਜੀਤ ਜੀ, ਆਪ ਦਾ ਬਹੁਤ ਬਹੁਤ ਧੰਨਵਾਦ। ਪੂਨਮ ਜੀ, ਤੁਹਾਡਾ ਵੀ ਸਾਰੀ ਟੀਮ ਦਾ ਧੰਨਵਾਦ। ਇਸੇ ਤਰ੍ਹਾਂ ਸੰਜਮ ਬਣਾ ਕੇ ਰੱਖਿਓ ਤਾਂ ਜੋ ਇਸ ਸੰਘਰਸ਼ ਦੀ ਵਧੀਆ ਤਰੀਕੇ ਨਾਲ ਜਿੱਤ ਹੋ ਸਕੇ ਔਰ ਇੱਕ ਵਧੀਆ ਇਤਿਹਾਸ ਸਿਰਜਿਆ ਜਾ ਸਕੇ। ਧੰਨਵਾਦ।